ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਸੋ ਅੱਜ ਅਸੀਂ ਸ਼ੁਰੂਆਤ ਕਰਾਂਗੇ ਕਲਾਸ 9th ਯੂਨਿਟ 6 ਤੋਂ। ਮਾਈ ਸੈਲਫ ਰੋਹਿਤ ਕੁਮਾਰ। ਸੋ ਜਿਸ ਤਰ੍ਹਾਂ ਕਿ ਬੇਟਾ ਤੁਸੀਂ ਜਾਣਦੇ ਹੋ, ਸਾਡਾ ਟੌਪਿਕ ਹੈ ਅੱਜ ਗ੍ਰਾਹਕਾਂ ਨਾਲ ਸੰਚਾਰ ਅਤੇ ਸਹਿਯੋਗ। ਹਾਊ ਟੂ ਕਮਿਊਨੀਕੇਟ ਵਿਦ ਕਸਟਮਰ ਔਰ ਗੈਸਟ ਐਂਡ ਹਾਊ ਟੂ ਅਸਿਸਟ। ਵੀ ਅਸੀਂ ਉਹਨਾਂ ਨਾਲ ਕਿਸ ਤਰ੍ਹਾਂ ਕਮਿਊਨੀਕੇਟ ਕਰ ਸਕਦੇ ਹਾਂ ਔਰ ਸਾਨੂੰ ਉਹਨਾਂ ਦੇ ਨਾਲ ਵੱਧ ਤੋਂ ਵੱਧ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਕਿਸੇ ਵੀ ਚੀਜ਼ 'ਚ ਹੈਲਪ ਕਿਸ ਤਰ੍ਹਾਂ ਕਰ ਸਕਦੇ ਹਾਂ। ਚਾਹੇ ਬੇਟਾ ਉਹ ਕੋਈ ਵੀ ਸੈਕਟਰ ਹੋਵੇ, ਚਾਹੇ ਹੋਟਲ ਇੰਡਸਟਰੀ ਹੈ, ਚਾਹੇ ਟਰੈਵਲ ਇੰਡਸਟਰੀ ਹੈ, ਚਾਹੇ ਬੈਂਕਿੰਗ ਸੈਕਟਰ ਹੈ, ਜਾਂ ਤੁਹਾਡਾ ਸਕੂਲ ਹੈ ਜਾਂ ਕਾਲਜ ਹੈ। ਉੱਥੋਂ ਦੇ ਜਿਹੜੇ ਵੀ ਰਿਸੈਪਸ਼ਨਲਿਸਟ ਹੁੰਦੇ ਹਨ ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਔਰ ਜਦੋਂ ਸਾਡੇ ਕੋਲ ਕਿਸੇ ਵੀ ਕੋਈ ਦੁਕਾਨ ਜਾਂ ਸਾਡੇ ਕੋਲ ਕਿਤੇ ਵੀ ਕੋਈ ਸ਼ੋਅਰੂਮ ਹਨ, ਹੈ ਨਾ, ਉੱਥੇ ਜਿਸ ਤਰ੍ਹਾਂ ਸਾਡੇ ਕੋਲ ਕੋਈ ਗ੍ਰਾਹਕ ਆਉਂਦੇ ਹਨ, ਸਾਨੂੰ ਉੱਥੇ ਉਹਨਾਂ ਨਾਲ ਕਿਸ ਤਰ੍ਹਾਂ ਟਰੀਟ ਕਰਨਾ ਚਾਹੀਦਾ ਹੈ ਔਰ ਸਾਡੇ ਬੋਲਣ ਦਾ, ਚਾਲਣ ਦਾ ਕੀ ਢੰਗ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸਾਂਗੇ। ਸੋ ਅਸੀਂ ਸਟਾਰਟ ਕਰਦੇ ਹਾਂ ਹੋਟਲ ਇੰਡਸਟਰੀ ਤੋਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਟਲ ਇੰਡਸਟਰੀ ਦੇ ਵਿੱਚ ਗ੍ਰਾਹਕਾਂ ਦੀ ਕੀ ਰਿਸਪੈਕਟ ਹੈ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ, ਹੋਟਲ ਇੰਡਸਟਰੀ ਇੱਕ ਇਸ ਤਰ੍ਹਾਂ ਦੀ ਇੰਡਸਟਰੀ ਹੈ ਜਿਹਦੇ ਵਿੱਚ ਗ੍ਰਾਹਕਾਂ ਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਹੈ। ਚਾਹੇ ਜਿਸ ਤਰ੍ਹਾਂ ਦਾ ਵੀ ਗ੍ਰਾਹਕ ਹੋਵੇ, ਚਾਹੇ ਉਹ ਅੰਮ੍ਰਿਤਸਰ ਤੋਂ ਹੈ ਜਾਂ ਚਾਹੇ ਆਊਟ ਆਫ ਸਟੇਟ ਹੈ, ਚਾਹੇ ਆਊਟ ਆਫ ਕੰਟਰੀ ਹੈ। ਹੋਟਲ ਇੰਡਸਟਰੀ ਇੱਕ ਇਸ ਤਰ੍ਹਾਂ ਦੀ ਇੰਡਸਟਰੀ ਹੈ ਜਿਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਹੈ ਕਿ ਗੈਸਟ ਇਜ਼ ਆਲਵੇਜ਼ ਗੋਡ, ਅਤਿਥੀ ਦੇਵੋ ਭਵ। ਇਹਦਾ ਮਤਲਬ ਇਹ ਹੈ ਕਿ ਗੈਸਟ ਇਜ਼ ਆਲਵੇਜ਼ ਗੋਡ, ਜਿਹੜਾ ਗ੍ਰਾਹਕ ਹੈ ਉਸ ਪਰਮਾਤਮਾ ਦਾ ਰੂਪ ਹੈ ਔਰ ਸਾਨੂੰ ਉਹਨਾਂ ਨਾਲ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਔਰ ਜਾਂ ਉਹਨਾਂ ਨਾਲ ਕਿਸ ਤਰ੍ਹਾਂ ਵਾਰਤਾਲਾਪ ਕਰਨੀ ਚਾਹੀਦੀ ਹੈ। ਜੇ ਅਸੀਂ ਕੰਮ ਦੀ ਗੱਲ ਕਰੀਏ ਤਾਂ ਉਹ ਅਸੀਂ ਆਪਣੇ ਜਿਹੜੇ ਹੋਟਲ ਇੰਡਸਟਰੀ ਹੈ ਜਾਂ ਕੋਈ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ, ਸਾਡੇ ਉਹਨਾਂ ਨਾਲ ਜਿਹੜੇ ਕੁਲੀਗਸ ਕੰਮ ਕਰਦੇ ਹਨ ਉਹਨਾਂ ਨਾਲ ਸਾਡਾ ਵੀ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਔਰ ਸਾਨੂੰ ਇੱਕ ਦੂਜੇ ਦੀ ਸਹਾਇਤਾ ਨਾਲ ਆਪਣੇ ਇੰਡਸਟਰੀ ਜਾਂ ਆਪਣੇ ਡਿਪਾਰਟਮੈਂਟਸ ਨੂੰ ਚਲਾਉਣਾ ਚਾਹੀਦਾ ਹੈ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਅਸੀਂ ਕਮਿਊਨੀਕੇਟ ਕਰਦੇ ਹਾਂ ਗ੍ਰਾਹਕਾਂ ਨਾਲ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੋਟਲ ਬਾਰੇ ਦੱਸਦਾ ਹਾਂ। ਸਭ ਤੋਂ ਪਹਿਲਾਂ ਤੁਸੀਂ ਹੋਟਲ 'ਚ ਗ੍ਰਾਹਕ ਬਣ ਕੇ ਜਦੋਂ ਜਾਂਦੇ ਹੋ ਤਾਂ ਦੇਖਿਆ ਹੋਊਗਾ ਗੇਟ ਦੇ ਬਾਹਰ ਗੇਟ ਖੋਲ੍ਹਣ ਲਈ ਦਰਬਾਨ ਖੜ੍ਹੇ ਹੁੰਦੇ ਹਨ। ਜਿਹੜੇ ਫਸਟਲੀ ਗੇਟ 'ਤੇ ਖੜ੍ਹੇ ਹੁੰਦੇ ਹਨ ਉਹ ਹੁੰਦੇ ਨੇ ਦਰਬਾਨ, ਜਿਨ੍ਹਾਂ ਨੂੰ ਅਸੀਂ ਸਿਕਿਉਰਿਟੀ ਗਾਰਡ ਸਮਟਾਈਮਸ ਆਖਦੇ ਹਾਂ, ਉਹਨਾਂ ਨੂੰ ਅਸੀਂ ਦਰਬਾਨ ਆਖਦੇ ਹਾਂ। ਕਦੀ ਵਾਰ ਕੋਈ ਟਰਬਨ 'ਚ ਹੁੰਦਾ ਹੈ ਔਰ ਕਦੀ ਵਾਰ ਕੋਈ ਕੈਪ 'ਚ ਹੁੰਦਾ ਹੈ, ਲੇਕਿਨ ਉਹਨਾਂ ਨੂੰ ਅਸੀਂ ਦਰਬਾਨ ਹੀ ਆਖਦੇ ਹਨ। ਐਂਡ ਨੈਕਸਟ ਤੁਸੀਂ ਦੇਖੋ, ਆਹ ਪਿਕਚਰ ਤੁਸੀਂ ਦੇਖ ਰਹੇ ਹੋ, ਇਹਨਾਂ ਨੂੰ ਅਸੀਂ ਬੈਲ ਬੁਆਏ ਆਖਦੇ ਹਾਂ। ਅਗਰ ਤੁਸੀਂ ਕਿਸੇ ਦੂਰ ਦੀ ਜਗ੍ਹਾ ਤੋਂ ਆਏ ਹੋ, ਸਪੋਜ਼ ਕਰੋ ਤੁਸੀਂ ਬੰਬੇ ਤੋਂ ਪੰਜਾਬ 'ਚ ਆਏ ਹੋ, ਤਾਂ ਤੁਸੀਂ ਆਪਣੇ ਲੱਗੇਜ ਵਗੈਰਾ ਵੀ ਲੈ ਕੇ ਆਓਗੇ ਤਾਂ ਕਿ ਤੁਸੀਂ ਕਾਫੀ ਦਿਨ ਤੱਕ ਸਟੇਅ ਕਰਨਾ ਹੈ। ਔਰ ਹੋਟਲ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਗੇਟ 'ਤੇ ਪਹੁੰਚਦੇ ਹੋ, ਆਪਣੀ ਜਿਹੜੀ ਵੀ ਤੁਹਾਡੀ ਕਨਵੈਂਸ ਹੈ ਉਹ ਤੋਂ ਉਤਰਦੇ ਹੋ, ਨਾਲ ਹੀ ਤੁਹਾਡੇ ਕੋਲ ਬੈਲ ਬੁਆਏ ਆ ਜਾਂਦੇ ਹਨ। ਬੈਲ ਬੁਆਏ ਦਾ ਕੰਮ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜੇ ਤੁਹਾਡੇ ਲੱਗੇਜ ਹੈ ਉਹਨਾਂ ਨੂੰ ਪਕੜ ਕੇ ਲੈ ਕੇ ਅੰਦਰ ਹੋਟਲ ਦੇ ਫਰੰਟ ਆਫਿਸ ਤੱਕ ਲੈ ਕੇ ਜਾਣਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਬੈਲ ਬੁਆਏ ਨੇ ਤੁਹਾਡੇ ਬੈਗ ਪਕੜੇ ਹੋਏ ਹਨ, ਇਹ ਤੁਹਾਨੂੰ ਫਰੰਟ ਆਫਿਸ ਤੱਕ ਲੈ ਕੇ ਜਾਣਗੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਨੇ ਰਿਸੈਪਸ਼ਨਲਿਸਟ। ਰਿਸੈਪਸ਼ਨਲਿਸਟ ਦਾ ਕੰਮ ਕੀ ਹੈ? ਜਦੋਂ ਤੁਸੀਂ ਰਿਸੈਪਸ਼ਨ 'ਤੇ ਪਹੁੰਚ ਗਏ ਹੋ, ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਹੁੰਦਾ ਹੈ ਕਿ ਤੁਹਾਨੂੰ ਟਾਈਮ ਦੇ ਅਕੋਰਡਿੰਗ ਵਿਸ਼ ਕਰਨਾ ਜਦੋਂ ਹੈ, ਜਿਸ ਤਰ੍ਹਾਂ ਗੁੱਡ ਮੋਰਨਿੰਗ, ਗੁੱਡ ਈਵਨਿੰਗ। ਐਂਡ ਇੱਕ ਗੱਲ ਬੇਟਾ ਹਮੇਸ਼ਾ ਯਾਦ ਰੱਖਣਾ ਤੁਸੀਂ, ਕਿਉਂਕਿ ਕਦੀ ਵਾਰ ਕਈਆਂ ਨੂੰ
ਇਸ ਗੱਲ ਦੀ ਮਿਸਟੇਕ ਲੱਗ ਜਾਂਦੀ ਹੈ ਕਿ ਰਾਤ ਦੇ 9 ਵੱਜ ਚੁੱਕੇ ਹਾਂ ਔਰ ਅਸੀਂ ਗੈਸਟ ਨੂੰ ਗੁੱਡ ਨਾਈਟ ਕਹਿਣਾ। ਇਹ ਬਿਲਕੁਲ ਗਲਤ ਹੈ। ਹਮੇਸ਼ਾ ਜਿਹੜਾ ਗੁੱਡ ਨਾਈਟ ਹੈ ਉਹ ਸੌਣ ਵੇਲੇ ਹੁੰਦਾ ਹੈ। ਓਕੇ, ਅਗਰ ਤੁਹਾਡੇ ਕੋਲ ਰਿਸੈਪਸ਼ਨ 'ਤੇ ਕੋਈ ਗੈਸਟ ਆ ਗਿਆ, ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ, ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਕਿਸ ਤਰ੍ਹਾਂ ਹੋਣੇ ਚਾਹੀਦੇ ਹਨ। ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਟਾਈਮ ਦੇ ਅਕੋਰਡਿੰਗ ਵਿਸ਼ ਕਰਨੀ ਹੈ ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਹਿਣਾ ਮੇ ਆਈ ਹੈਲਪ ਯੂ ਐਂਡ ਵੈਲਕਮ ਟੂ ਹੋਲੀਡੇ ਇਨ ਹੋਟਲ। ਮੀਨਸ ਟੂ ਸੇ ਜਿਹੜੇ ਵੀ ਹੋਟਲ 'ਚ ਤੁਸੀਂ ਜੋਬ ਕਰ ਰਹੇ ਹੋ ਜਾਂ ਜਿਹੜੇ ਵੀ ਹੋਟਲ 'ਚ ਇੰਪਲੋਏ ਜੋਬ ਕਰ ਰਿਹਾ, ਟਾਈਮ ਦੇ ਅਕੋਰਡਿੰਗ ਵਿਸ਼ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਹਿਣਾ ਹੈ ਮੇ ਆਈ ਹੈਲਪ ਯੂ ਐਂਡ ਵੈਲਕਮ ਟੂ ਹੋਟਲ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਕਿ ਸਰ ਤੁਸੀਂ ਵੁੱਡ ਯੂ ਲਾਈਕ, ਤੁਸੀਂ ਕੀ ਪਸੰਦ ਕਰੋਗੇ, ਵਾਟਰ, ਕੌਫੀ, ਜੋ ਵੀ ਹੈ। ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਜਵਾਬ ਦੇਣਾ ਹੈ, ਗੈਸਟ ਨੇ ਜੋ ਵੀ, ਕਿ ਹਾਂਜੀ ਸਰ ਮੈਂ ਨੋ ਥੈਂਕਸ, ਜਾਂ ਮੈਨੂੰ ਇਹ ਚੀਜ਼ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਜਾਂ ਮੈਨੂੰ ਰੂਮ ਚਾਹੀਦੇ ਹਨ, ਜਾਂ ਮੈਂ ਰੈਸਟੋਰੈਂਟ 'ਚ ਖਾਣਾ ਖਾਣ ਲਈ ਆਇਆ ਹਾਂ, ਰੈਸਟੋਰੈਂਟ ਕਿੱਥੇ ਹੈ, ਜਾਂ ਮੈਂ ਕੌਫੀ ਸ਼ੋਪ 'ਚ ਜਾਣਾ, ਜਾਂ ਮੈਂ ਜਿਮ 'ਚ ਐਕਸਰਸਾਈਜ਼ ਕਰਨ ਲਈ ਜਾਣਾ, ਜੋ ਵੀ ਹੈ ਨਾ। ਸੋ ਜਿਹੜੇ ਇਹ ਕਮਿਊਨੀਕੇਸ਼ਨ ਸਕਿੱਲਸ ਹੈ, ਜਿਹੜਾ ਇਹ ਬੋਲਣ ਦਾ ਤਰੀਕਾ ਹੈ, ਇਹ ਤੁਹਾਡਾ ਬਿਲਕੁਲ ਹੀ ਪੋਲਾਈਟ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਰੱਖਣਾ, ਤੁਸੀਂ ਜਦੋਂ ਵੀ ਤੁਸੀਂ ਗੈਸਟ ਦੇ ਨਾਲ ਵਾਰਤਾਲਾਪ ਕਰਨੀ ਹੈ, ਤੁਹਾਡੇ ਚਿਹਰੇ 'ਤੇ ਹਮੇਸ਼ਾ ਸਮਾਈਲ ਹੋਣੀ ਚਾਹੀਦੀ ਹੈ। ਇਹ ਪਿਕਚਰ ਤੁਸੀਂ ਦੇਖ ਰਹੇ ਹੋ, ਲੇਡੀ ਇੱਕ ਜੈਂਟਸ ਨਾਲ ਗੱਲ ਕਰ ਰਹੇ ਹਨ, ਉਹਨਾਂ ਦੇ ਫੇਸ 'ਤੇ ਕਿੰਨੀ ਸਮਾਈਲ ਹੈ। ਓਕੇ, ਇਹ ਨੇ ਕਮਿਊਨੀਕੇਸ਼ਨ ਸਕਿੱਲਸ ਦੀਆਂ ਨਿਸ਼ਾਨੀਆਂ, ਸਾਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ ਚਾਹੀਦਾ ਹੈ। ਹੁਣ ਜਿਸ ਤਰ੍ਹਾਂ ਤੁਸੀਂ ਪੂਰੀ ਡਿਟੇਲ ਉਹਨਾਂ ਨੂੰ ਦੱਸਣੀ ਹੈ ਕਿ ਹਾਂਜੀ ਅਸੀਂ ਇੰਨੇ ਦਿਨ ਲਈ ਇਹ ਰੂਮ ਲੈਣਾ ਹੈ ਜਾਂ ਇੰਨੇ ਦਿਨ ਲਈ ਕੁਛ ਲੈਣਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਬੈਲ ਬੁਆਏ ਆਇਆ, ਬੈਲ ਬੁਆਏ ਨੇ ਫਰੰਟ ਆਫਿਸ ਤੱਕ ਤੁਹਾਡਾ ਲੱਗੇਜ ਲੈਣ ਦਾ। ਉਸ ਤੋਂ ਬਾਅਦ ਅਗਰ ਤੁਸੀਂ ਰੂਮ ਲੈਣਾ ਹੈ ਤਾਂ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਸਰ ਇੰਨੇ ਵਿੱਚ ਰੂਮ ਤੁਹਾਨੂੰ ਮਿਲੇਗਾ ਪਰ ਡੇ 24 ਆਵਰਸ, ਔਰ ਇੰਨੇ ਉਹਦੇ ਪੈਸੇ ਨੇ, ਔਰ ਉਹਦੇ ਨਾਲ ਨਾਲ ਤੁਹਾਨੂੰ ਬ੍ਰੇਕਫਾਸਟ ਜਾਂ ਲੰਚ ਜੋ ਵੀ ਇੰਕਲੂਡ ਮਿਲੇਗਾ, ਉਹ ਸਾਰੀ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਦੱਸ ਦੇਣੀ ਹੈ। ਉਸ ਤੋਂ ਬਾਅਦ ਤੁਸੀਂ ਆਪਣਾ ਬੈਗ ਲੈ ਕੇ ਰੂਮ 'ਚ ਚਲੇ ਜਾਣਾ, ਮੀਨਸ ਟੂ ਸੇ ਬੈਲ ਬੁਆਏ ਦੇ ਨਾਲ। ਫਿਰ ਉਸ ਤੋਂ ਬਾਅਦ ਬੈਲ ਬੁਆਏ ਨੇ ਵਾਪਸ ਜਦੋਂ ਆ ਜਾਣਾ, ਉਸ ਤੋਂ ਬਾਅਦ ਤੁਸੀਂ ਆਪਣਾ ਰੂਮ 'ਚ ਚਲੇ ਜਾਣਾ ਹੈ। ਓਕੇ, ਦੈਨ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਕਿੰਨੇ ਤਰ੍ਹਾਂ ਦੇ ਗ੍ਰਾਹਕ ਆ ਸਕਦੇ ਹਨ। ਹਾਊ ਮੈਨੀ ਟਾਈਪ ਆਫ ਗੈਸਟ ਐਂਡ ਕਸਟਮਰ ਇਨ ਹੋਟਲਸ, ਮਤਲਬ ਕਿੰਨੇ ਤਰ੍ਹਾਂ ਦੇ ਗ੍ਰਾਹਕ ਆ ਸਕਦੇ ਹਨ। ਅਗਰ ਤੁਹਾਡੇ ਕੋਲ ਇੰਡੀਅਨ ਆਉਂਦੇ ਹਨ ਤਾਂ ਉਹ ਹਿੰਦੀ 'ਚ ਗੱਲ ਕਰ ਸਕਦੇ ਹਨ। ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਦੀ ਹਮੇਸ਼ਾ ਧਿਆਨ ਰੱਖਣਾ ਹੈ ਕਿ ਅਗਰ ਤੁਹਾਡੇ ਕੋਲ ਗ੍ਰਾਹਕ ਇੰਡੀਅਨ ਹਨ ਤਾਂ ਉਹ ਹਿੰਦੀ 'ਚ ਗੱਲ ਕਰ ਸਕਦੇ ਹਨ। ਅਗਰ ਕੋਈ ਫੋਰਨਰ ਹੈ ਤਾਂ ਉਹ ਇੰਗਲਿਸ਼ 'ਚ ਗੱਲ ਕਰੇਗਾ। ਅਗਰ ਕੋਈ ਫਰਾਂਸ ਤੋਂ ਆਇਆ ਹੈ ਤਾਂ ਉਹ ਫਰੈਂਚ 'ਚ ਗੱਲ ਕਰੇਗਾ। ਅਗਰ ਕੋਈ ਹੋਰ ਕੰਟਰੀ ਤੋਂ ਆਇਆ ਹੈ, ਕੋਈ ਦੁਬਈ, ਉਰਦੂ ਵਗੈਰਾ ਇਸ ਤਰ੍ਹਾਂ ਦੀ ਲੈਂਗੁਏਜ 'ਚ ਵੀ ਉਹ ਗੱਲ ਕਰ ਸਕਦੇ ਹਨ। ਲੇਕਿਨ ਜੇ ਤੁਸੀਂ ਕਿਸੇ ਵੱਡੇ ਇੰਡਸਟਰੀ ਜਾਂ ਹੋਟਲ ਦੇ ਵਿੱਚ ਕੰਮ ਕਰ ਰਹੇ ਹੋ, ਉਹਦੇ ਵਿੱਚ ਤੁਹਾਨੂੰ ਕਮ ਸੇ ਕਮ 3 ਤੋਂ 4 ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਹੈ। ਫਸਟ ਜਿਹੜੀ ਹੈ ਉਹ ਹੈ ਇੰਗਲਿਸ਼। ਇੰਗਲਿਸ਼ ਦੀ ਨੌਲੇਜ ਤੁਹਾਨੂੰ ਬਹੁਤ ਜ਼ਰੂਰੀ ਹੈ। ਅਗਰ ਇੰਗਲਿਸ਼ ਦੀ ਨੌਲੇਜ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਫੋਰਨ ਗੈਸਟ ਦੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ। ਹੁਣ ਫੋਰਨ ਗੈਸਟ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ, ਫੋਰਨ ਗੈਸਟ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ, ਮੈਂ ਤੁਹਾਨੂੰ ਦੱਸਦਾ। ਇਹ ਅਸੀਂ ਦੇਖ ਰਹੇ ਹਾਂ ਸੀ ਫਾਰਮ। ਸੀ ਫਾਰਮ ਸਪੈਸ਼ਲੀ ਯੂਜ਼ ਕੀਤਾ ਜਾਂਦਾ ਹੈ ਜਿਹੜੇ ਕਸਟਮਰ ਜਾਂ ਗ੍ਰਾਹਕ ਹੋਟਲਾਂ ਦੇ ਵਿੱਚ ਰਹਿਣ ਲਈ ਆਉਂਦੇ ਹਨ, ਇੰਡੀਆ ਤੋਂ ਬਾਹਰ ਦੇ ਹੁੰਦੇ ਹਨ, ਜਿਹੜੇ ਫੋਰਨਰ ਲਈ। ਜਿਸ ਤਰ੍ਹਾਂ ਕਿ ਤੁਸੀਂ ਇੱਥੇ ਪੜ੍ਹ ਸਕਦੇ ਹੋ, ਓਨਲੀ ਫॉर ਫੋਰਨਰ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿ ਅੱਜ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਸੀ ਫਾਰਮ ਹਮੇਸ਼ਾ ਉਹਨਾਂ ਫੋਰਨਰਸ ਲਈ ਭਰਿਆ ਜਾਂਦਾ ਹੈ ਜਿਹੜੇ ਆਊਟ ਆਫ ਇੰਡੀਆ ਤੋਂ ਆਉਂਦੇ ਹਨ। ਜਿਸ ਤਰ੍ਹਾਂ ਯੂਰਪ ਹੋ ਸਕਦਾ ਹੈ, ਮੁਸਲਿਮਸ ਜੋ ਦੁਬਈ, ਸਾਊਦੀ ਅਰਬ ਤੋਂ ਹੋ ਸਕਦੇ ਹਨ। ਹੁਣ ਇਹਦੇ ਵਿੱਚ ਕੀ ਜ਼ਰੂਰੀ ਹੁੰਦਾ ਹੈ ਔਰ ਇਹ ਕਿਉਂ ਭਰਿਆ ਜਾਂਦਾ ਹੈ? ਇਹ ਇਸ ਲਈ ਭਰਿਆ ਜਾਂਦਾ ਹੈ ਤਾਂ ਕਿ ਅਗਰ ਕੋਈ ਬਾਹਰ ਦਾ, ਆਊਟ ਆਫ ਇੰਡੀਆ ਦਾ ਕੋਈ ਵੀ ਗੈਸਟ ਹੈ, ਉਹਦੀ ਪ੍ਰੋਪਰ ਡਿਟੇਲ ਇੰਡੀਅਨ ਅੰਬੈਸੀ ਔਰ ਇੰਡੀਅਨ ਪੁਲਿਸ ਕੋਲ ਹੋਵੇ। ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ,
ਕਦੀ ਵਾਰ ਉਹਨਾਂ ਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੋ ਸਕਦਾ ਹੈ, ਜਾਂ ਉਹ ਟੈਰਰਿਸਟ ਵੀ ਹੋ ਸਕਦੇ ਹਨ, ਜਾਂ ਹੋਰ ਵੀ ਕੋਈ ਇੰਸੀਡੈਂਟਸ ਕੀਤਾ ਹੋ ਸਕਦਾ ਉਹਨਾਂ ਨੇ ਆਪਣੀ ਲਾਈਫ 'ਚ, ਜਿਹਦੇ ਕਰਕੇ ਉਹ ਕਦੀ ਵਾਰ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ 'ਚ ਵੀ ਆ ਸਕਦੇ ਹਨ, ਜਾਂ ਘੁੰਮਣ ਫਿਰਨ ਲਈ ਕਿੰਨੇ ਦਿਨ ਦੀ ਸਟੇ ਕਰ ਸਕਦੇ ਹਨ। ਸੋ ਇਹ ਸੀ ਫੋਰਮ ਉਹਨਾਂ ਲਈ ਭਰਿਆ ਜਾਂਦਾ ਹੈ। ਸੀ ਫੋਰਮ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਹੋਟਲ ਨੂੰ ਆਪਣੀ ਡਿਟੇਲ ਦੇਣੀ ਪੈਂਦੀ ਹੈ। ਹੋਟਲ ਦਾ ਨਾਮ ਕੀ ਹੈ, ਹੋਟਲ ਕਿਹੜੀ ਜਗ੍ਹਾ 'ਤੇ ਹੈ, ਐਂਡ ਹੋਟਲ ਦਾ ਮੋਬਾਈਲ ਨੰਬਰ ਕੀ ਹੈ, ਐਂਡ ਥਰਡ 'ਤੇ ਆ ਜਾਂਦਾ ਹੈ ਫੋਰਨਰ ਦੀ ਡਿਟੇਲ। ਫੋਰਨਰ ਦੀ ਡਿਟੇਲ ਕਿਸ ਤਰ੍ਹਾਂ ਹੈ ਕਿ ਫੋਰਨਰ ਨੂੰ ਆਪਣੀ ਸਾਰੀ ਡਿਟੇਲ ਦੇਣੀ ਪੈਂਦੀ ਹੈ। ਫਸਟਲੀ ਉਹ ਆ ਜਾਂਦਾ ਹੈ ਉਹਦਾ ਨਾਮ ਐਂਡ ਉਹਦਾ ਪਾਸਪੋਰਟ ਨੰਬਰ। ਫੋਰਥ 'ਤੇ ਆ ਜਾਂਦਾ ਹੈ ਫੋਰਨਰ ਦੀ ਡੇਟ ਆਫ ਬਰਥ, ਐਂਡ ਫਿਫਥ 'ਤੇ ਆ ਜਾਂਦਾ ਹੈ ਉਹਦਾ ਪਰਮਾਨੈਂਟ ਐਡਰੈਸ, ਜਿਹੜੀ ਕੰਟਰੀ ਤੋਂ ਉਹ ਬਿਲੋਂਗ ਕਰਦਾ ਹੈ ਉੱਥੋਂ ਦਾ ਪਰਮਾਨੈਂਟ ਐਡਰੈਸ ਕੀ ਹੈ, ਐਂਡ ਉਹਦੀ ਨੈਸ਼ਨੈਲਿਟੀ ਕੀ ਹੈ, ਉਹਦਾ ਪਾਸਪੋਰਟ ਨੰਬਰ ਕੀ ਹੈ, ਉਹਦਾ ਪਾਸਪੋਰਟ ਕਦੋਂ ਇਸ਼ੂ ਹੋਇਆ, ਉਹਦੇ ਪਾਸਪੋਰਟ ਦਾ ਕਿੰਨੀ ਦੇਰ ਤੱਕ ਵੈਲਿਡ ਹੈ, ਵੀਜ਼ਾ ਨੰਬਰ ਕੀ ਹੈ, ਵੀਜ਼ਾ ਉਸਨੂੰ ਕਿਸ ਡੇਟ 'ਚ ਇਸ਼ੂ ਹੋਇਆ, ਐਂਡ ਉਹਦਾ ਵੀਜ਼ਾ ਟੂਰਿਸਟ ਵੀਜ਼ਾ ਹੈ ਜਾਂ ਸਟੱਡੀ ਵੀਜ਼ਾ ਹੈ। ਇਸ ਤਰ੍ਹਾਂ ਦੀ ਤੁਸੀਂ ਦੇਖੋ ਇਹ ਕਾਲਮ ਵਿੱਚ 25 ਕਾਲਮਸ ਨੇ, ਇਹ ਫਾਰਮ ਵਿੱਚ 25 ਕਾਲਮਸ ਨੇ ਜਿਨ੍ਹਾਂ ਨੂੰ ਕਿ ਫਿਲ ਕਰਨਾ ਪੈਂਦਾ ਹੈ। ਔਰ ਇਹ ਫਾਰਮ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਫੋਰਨ ਤੋਂ ਕੋਈ ਵੀ ਜਿਹੜਾ ਗੈਸਟ ਆ ਸਕਦਾ, ਉਹਦਾ ਰਿਕਾਰਡ ਸਾਨੂੰ ਨਹੀਂ ਪਤਾ ਹੁੰਦਾ। ਕੋਈ ਹੋਟਲ ਇੰਡਸਟਰੀ ਨੂੰ ਨਹੀਂ ਪਤਾ ਹੈ ਔਰ ਕੋਈ ਲੋਕਲ ਬੰਦੇ ਨੂੰ ਨਹੀਂ ਪਤਾ ਹੈ। ਓਕੇ, ਹੁਣ ਇਹ ਜਿਹੜਾ ਸੀ ਫੋਰਮ ਹੈ ਇਹਦੀਆਂ 3 ਕਾਪੀਆਂ ਹੁੰਦੀਆਂ ਹਨ, ਫੋਟੋ ਕਾਪੀਸ ਹੁੰਦੀਆਂ ਹਨ। ਓਰੀਜਨਲ ਜਿਹੜੀ ਹੁੰਦੀ ਹੈ ਉਹ ਹੋਟਲ ਵਾਲਿਆਂ ਕੋਲ ਹੁੰਦੀ ਹੈ, ਸੈਕਿੰਡ ਹੁੰਦੀ ਹੈ ਪੁਲਿਸ ਕਮਿਸ਼ਨਰ ਆਫਿਸ, ਐਂਡ ਥਰਡ ਹੁੰਦੀ ਹੈ DC ਆਫਿਸ, ਡਿਪਟੀ ਕਮਿਸ਼ਨਰ। ਓਕੇ, ਸੀ ਫੋਰਮ ਦੀਆਂ 3 ਕਾਪੀਸ ਹੁੰਦੀਆਂ ਹਨ। ਫਸਟ ਹੁੰਦੀ ਹੈ ਜਿਹੜੀ ਓਰੀਜਨਲ, ਉਹ ਹੋਟਲ ਇੰਡਸਟਰੀ ਵਾਲਿਆਂ ਕੋਲ ਹੁੰਦੀ ਹੈ, ਔਰ ਸੈਕਿੰਡ ਹੁੰਦੀ ਹੈ ਪੁਲਿਸ ਕਮਿਸ਼ਨਰ, ਐਂਡ ਥਰਡ ਹੁੰਦੀ ਹੈ DC ਆਫਿਸ। ਅਗਰ ਕੋਈ ਹੋਟਲ ਵਾਲਾ ਬਿਨਾਂ ਸੀ ਫੋਰਮ ਭਰੇ ਗੈਸਟ ਨੂੰ ਆਪਣੇ ਕੋਈ ਵੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਤਾਂ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ। ਸੋ ਇਹ ਜਿਹੜੀਆਂ ਜ਼ਰੂਰੀ ਗੱਲਾਂ ਹਨ ਮੈਂ ਦੱਸੀਆਂ ਜਿਹੜੀਆਂ ਸੀ ਫੋਰਮ ਦੇ ਰਿਗਾਰਡਿੰਗ ਹਨ। ਐਂਡ ਨੈਕਸਟ ਅਸੀਂ ਆ ਜਾਂਦੇ ਹਾਂ ਕਿ ਹੋਟਲ ਤੋਂ ਇਲਾਵਾ ਅਸੀਂ ਟੂਰਿਸਟ ਗਾਈਡ ਜਾਂ ਅਸੀਂ ਕਿਸੇ ਹੋਰ ਜਗ੍ਹਾ ਦੀ ਗੱਲ ਕਰ ਲਈਏ ਤਾਂ ਸਾਨੂੰ ਉਹਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ ਚਾਹੀਦਾ ਹੈ ਕਸਟਮਰ ਦੇ ਨਾਲ। ਹੁਣ ਤੁਸੀਂ ਆਹ ਪਿਕਚਰ ਦੇਖ ਸਕਦੇ ਹੋ ਕਿ ਇੱਕ ਟੂਰਿਸਟ ਗਾਈਡ ਗੈਸਟ ਨੂੰ ਕਿਸ ਤਰ੍ਹਾਂ ਟੂਰਿਸਟ ਪਲੇਸ ਬਾਰੇ ਦੱਸ ਰਿਹਾ ਹੈ। ਹੁਣ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਜ਼ਰੂਰ ਨਹੀਂ ਕਿ ਤੁਸੀਂ ਆਪਣੀ ਜੋ ਤੁਹਾਨੂੰ ਪਤਾ ਹੈ ਲੈਂਗੁਏਜ ਉਹਦੇ ਵਿੱਚ ਕੰਟੀਨਿਊ ਕਰੋ। ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਜਿਹੜਾ ਤੁਹਾਡਾ ਗੈਸਟ ਹੈ ਉਹ ਕਿਹੜੀ ਲੈਂਗੁਏਜ ਵਿੱਚ ਕੰਫਰਟੇਬਲ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਇੰਗਲਿਸ਼ ਵਿੱਚ ਕੰਫਰਟੇਬਲ ਹੈ ਦੈਨ ਯੂ ਸਪੀਕ ਇੰਗਲਿਸ਼, ਤੁਸੀਂ ਇੰਗਲਿਸ਼ ਵਿੱਚ ਗੱਲ ਕਰੋ। ਅਗਰ ਲੱਗਦਾ ਹੈ ਕਿ ਉਹ ਹਿੰਦੀ ਵਿੱਚ ਕੰਫਰਟੇਬਲ ਹੈ ਤਾਂ ਹੀ ਤੁਸੀਂ ਉਹਦੇ ਨਾਲ ਹਿੰਦੀ 'ਚ ਗੱਲ ਕਰੋ, ਕਿਉਂਕਿ ਅਗਰ ਉਹਨਾਂ ਨੂੰ ਕੁਝ ਸਮਝ ਨਹੀਂ ਆਏਗਾ ਤਾਂ ਤੁਸੀਂ ਆਪਣੀ ਜਿਹੜੀ ਮਰਜ਼ੀ ਲੈਂਗੁਏਜ ਯੂਜ਼ ਕਰੀ ਜਾਓਗੇ ਤਾਂ ਤੁਹਾਡਾ ਜਿਹੜਾ ਕਮਿਊਨੀਕੇਸ਼ਨ ਸਕਿੱਲਸ ਹੈ ਉਹ ਗਲਤ ਸਾਬਿਤ ਹੋਣਗੇ। ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਮਤਲਬ ਅਸੀਂ ਸੈਟਿਸਫਾਈਡ ਨਹੀਂ ਹਾਂ, ਸਾਨੂੰ ਪ੍ਰੋਪਰ ਪਤਾ ਨਹੀਂ ਲੱਗ ਰਿਹਾ ਕਿ ਇਹ ਕੀ ਬੋਲ ਰਹੇ ਹਨ। ਹੁਣ ਬੇਟਾ ਫਸਟਲੀ ਤੁਹਾਨੂੰ ਦੱਸ ਰਿਹਾ ਕਿ ਇਹ ਟੂਰਿਸਟ ਗਾਈਡ ਦੱਸ ਰਿਹਾ ਕਿ ਇਹ ਪਲੇਸ ਬਾਰੇ ਜੋ ਵੀ ਇਹਦੀਆਂ ਗੱਲਾਂ ਹਨ। ਐਂਡ ਸੈਕਿੰਡ ਦੇਖੋ ਉਹ ਟੂਰਿਸਟ ਗਾਈਡ ਦੱਸ ਰਿਹਾ ਇਹ ਹੈ ਵਾਈਲਡ ਲਾਈਫ ਟੂਰਿਜ਼ਮ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੰਗਲਾਂ ਦੇ ਵਿੱਚ ਜਾਨਵਰਾਂ। ਐਂਡ ਥਰਡ ਦੇਖ ਸਕਦੇ ਹੋ ਟੂਰਿਸਟ ਦੱਸ ਰਿਹਾ ਉਹਨਾਂ ਨੂੰ, ਟੂਰਿਸਟ ਗਾਈਡ ਉਹਨਾਂ ਨੂੰ ਕਿਸ ਤਰ੍ਹਾਂ ਦੱਸ ਰਿਹਾ ਹੈ। ਔਰ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਕਿ ਸਾਨੂੰ ਕਸਟਮਰ ਦੇ ਨਾਲ ਇਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ ਕਿ ਤਾਂ ਕਿ ਉਹਨਾਂ ਨੂੰ ਬੜਾ ਈਜ਼ੀ ਲੱਗੇ, ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਹੀ ਸਮਝਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨਾਂ ਨੂੰ ਹਮੇਸ਼ਾ ਕੰਫਰਟੇਬਲ ਫੀਲ ਕਰਾ ਸਕੀਏ। ਐਂਡ ਨੈਕਸਟ ਅਸੀਂ ਆ ਜਾਂਦੇ ਹਾਂ ਹੋਟਲ ਇੰਡਸਟਰੀ ਤੋਂ ਦੁਬਾਰਾ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਹੋਟਲ ਇੰਡਸਟਰੀ ਦੇ 4 ਡਿਪਾਰਟਮੈਂਟਸ ਹਨ।
4 ਡਿਪਾਰਟਮੈਂਟਸ ਹਨ। ਸਭ ਤੋਂ ਪਹਿਲਾਂ ਜਿੱਥੇ ਤੁਸੀਂ ਐਂਟਰ ਹੋਏ ਸੀ ਰਿਸੈਪਸ਼ਨ, ਉਹਨਾਂ ਨੂੰ ਅਸੀਂ ਫਰੰਟ ਆਫਿਸ ਕਹਿੰਦੇ ਹਨ। ਦੈਨ ਇਜ਼ ਫੂਡ ਪ੍ਰੋਡਕਸ਼ਨ। ਫੂਡ ਪ੍ਰੋਡਕਸ਼ਨ 'ਚ ਤੁਸੀਂ ਦੇਖ ਸਕਦੇ ਹੋ ਸ਼ੈਫ। ਫੂਡ ਪ੍ਰੋਡਕਸ਼ਨ ਅਸੀਂ ਕਹਿੰਦੇ ਹਾਂ ਕਿਚਨ ਸ਼ੈਫ ਨੂੰ। ਹੁਣ ਤੁਸੀਂ ਬੇਟਾ ਇੱਥੇ ਦੇਖ ਰਹੇ ਹੋ ਕਿ ਕਿਚਨ ਦੇ ਵਿੱਚ ਵੀ ਜਿਹੜਾ ਸਟਾਫ ਕੰਮ ਕਰ ਰਿਹਾ ਕਿੰਨਾ ਹਾਈਜੀਨਿਕ, ਕਿੰਨਾ ਨੀਟ ਐਂਡ ਕਲੀਨ ਐਂਡ ਪ੍ਰੋਪਰ ਗਰੂਮਡ ਹੈ। ਓਕੇ, ਹੋਟਲ ਇੰਡਸਟਰੀ ਜਾਂ ਕੋਈ ਵੀ ਇੰਡਸਟਰੀ ਹੋਵੇ, ਉਹਦੇ ਵਿੱਚ ਸਾਨੂੰ ਆਪਣੀ ਗਰੂਮਿੰਗ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਜੇ ਅਸੀਂ ਗਰੂਮਿੰਗ ਦੀ ਗੱਲ ਕਰੀਏ ਤਾਂ ਗਰੂਮਿੰਗ ਵਰਡ ਜਿਹੜਾ ਹੈ ਉਹ ਸੁੰਦਰ ਅਤੇ ਸਫਾਈ ਦਾ ਪ੍ਰਤੀਕ ਹੈ ਕਿ ਆਪਣੇ ਆਪ ਨੂੰ ਸੁੰਦਰ ਅਤੇ ਹਾਈਜੀਨਿਕ ਰੱਖਣਾ, ਸਫਾਈ ਵਾਲਾ ਰੱਖਣਾ, ਤਾਂ ਹੀ ਅਸੀਂ ਵੈਲ ਗਰੂਮਡ ਦਿਖਾਂਗੇ। ਔਰ ਅਗਰ ਅਸੀਂ ਕਿਸੇ ਇੰਡਸਟਰੀ ਜਾਂ ਹੋਟਲ 'ਚ ਕੰਮ ਕਰ ਰਹੇ ਹਾਂ, ਸਭ ਤੋਂ ਪਹਿਲਾਂ ਤੁਸੀਂ ਇਹ ਧਿਆਨ ਰੱਖਣਾ, ਅਗਰ ਅਸੀਂ ਹੋਟਲ ਜਾਂ ਇੰਡਸਟਰੀ 'ਚ ਕੰਮ ਕਰ ਰਹੇ ਹਾਂ ਤਾਂ ਸਾਡੀ ਗਰੂਮਿੰਗ ਨਹੀਂ ਹੈ ਤਾਂ ਕਸਟਮਰ ਸਾਡੇ ਤੋਂ ਖੁਸ਼ ਨਹੀਂ ਹਨ। ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਕਿਚਨ ਵਿੱਚ ਕਿੰਨੀ ਸਫਾਈ ਹੈ, ਸ਼ੈਫ ਪ੍ਰੋਪਰ ਆਪਣਾ ਖਾਣਾ ਬਣਾ ਰਹੇ ਹਨ, ਕੈਪਸ ਪਾਈਆਂ ਨੇ ਔਰ ਪੂਰੀ ਤਿਆਰੀ ਦੇ ਨਾਲ ਆਪਣੀ ਕਿਚਨ ਦਾ ਕੰਮ ਕਰ ਰਹੇ ਹਨ। ਜਿਹੜੀ ਫਸਟ ਆਫ ਆਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਉੱਪਰ ਸ਼ੈਫ ਨੇ ਵਾਈਟ ਕੈਪ ਪਾਈ ਹੈ। ਇਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਵਾਈਟ ਕੈਪ ਇਸ ਲਈ ਹੁੰਦੀ ਹੈ, ਇਹ ਪੋਸਟ ਹੁੰਦੀਆਂ ਹਨ ਸ਼ੈਫ ਦੀਆਂ। ਕਿੱਥੋਂ ਸਟਾਰਟਿੰਗ ਹੁੰਦਾ? ਸਭ ਤੋਂ ਪਹਿਲੇ ਹੁੰਦੇ ਹਨ ਟ੍ਰੇਨਿੰਗਸ, ਜਿਨ੍ਹਾਂ ਨੂੰ ਅਸੀਂ IT ਕਹਿੰਦੇ ਹਾਂ। ਜਦੋਂ ਅਸੀਂ ਜਾਂ ਤੁਹਾਡੇ ਵਰਗੇ ਹੀ ਬੱਚੇ ਕੱਲ੍ਹ ਨੂੰ NSQF ਦੇ ਵਿੱਚ ਜਿਹੜੇ ਟੂਰਿਜ਼ਮ ਐਂਡ ਹੋਸਪਿਟੈਲਿਟੀ ਪੜ੍ਹ ਰਹੇ ਹਨ, ਤੁਹਾਡੇ ਵਰਗੇ ਹੀ ਬੱਚੇ ਕੱਲ੍ਹ ਨੂੰ ਜਦੋਂ ਜੋਬ ਕਰਨ ਜਾਣਗੇ ਹੋਟਲ ਇੰਡਸਟਰੀ ਦੇ ਵਿੱਚ, ਉਹ ਹੋਟਲ ਇੰਡਸਟਰੀ ਦੇ ਵਿੱਚ ਆਪਣੇ ਕੱਪੜੇ ਨਹੀਂ ਪਾ ਕੇ ਜਾਣਗੇ। ਮੀਨਸ ਟੂ ਸੇ ਉੱਥੇ ਉਹਨਾਂ ਨੂੰ ਡਰੈਸ ਦੱਸੀ ਜਾਏਗੀ ਕਿ ਬੇਟਾ ਟ੍ਰੇਨਿੰਗਸ ਦੀ ਇਹ ਡਰੈਸ ਹੁੰਦੀ ਹੈ, ਜਾਂ ਬਲੈਕ ਪੈਂਟ ਹੁੰਦੀ ਹੈ, ਜਾਂ ਵਾਈਟ ਸ਼ਰਟ ਹੁੰਦੀ ਹੈ, ਇਹ ਪਾ ਕੇ ਤੁਸੀਂ ਆਉਣਾ ਹੈ। ਇਸੇ ਤਰ੍ਹਾਂ ਮੈਂ ਦੱਸ ਰਿਹਾ ਕਿ ਇਹ ਜਿਹੜੇ ਵਾਈਟ ਕੈਪ ਵਾਲੇ ਸ਼ੈਫ ਨੇ, ਇਹ ਨੇ 3rd ਕੌਮੀ, ਜਿਨ੍ਹਾਂ ਦੀ ਇਹ ਡਰੈਸ ਹੁੰਦੀ ਹੈ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹੁੰਦੇ ਹਨ ਟ੍ਰੇਨਿੰਗਸ, ਜਿਨ੍ਹਾਂ ਦੀ ਬਲੈਕ ਪੈਂਟ ਵਾਈਟ ਸ਼ਰਟ ਹੁੰਦੀ ਹੈ। ਫਿਰ ਆ ਜਾਂਦੇ ਨੇ 3rd ਕੌਮੀ, ਜਿਨ੍ਹਾਂ ਦਾ ਪਲੇਨ ਕੋਟ ਵਾਈਟ ਕੈਪ ਹੁੰਦੀ ਹੈ। ਫਿਰ ਆ ਜਾਂਦੇ ਨੇ 2nd ਕੌਮੀ, ਉਹਨਾਂ ਦਾ ਵੀ ਪਲੇਨ ਕੋਟ ਵਾਈਟ ਕੈਪ ਹੁੰਦੀ ਹੈ। ਦੈਨ ਆ ਜਾਂਦੇ ਨੇ 1st ਕੌਮੀ। 1st ਕੌਮੀ ਦੇ ਵਿੱਚ ਕੀ ਹੁੰਦਾ ਹੈ, ਜਿਸ ਤਰ੍ਹਾਂ ਸਮਟਾਈਮਸ ਤੁਸੀਂ ਦੇਖਿਆ ਹੋਵੇਗਾ ਸ਼ੈਫ ਨੇ ਗਲੇ 'ਚ ਸਕਾਰਫ ਪਾਇਆ ਹੁੰਦਾ ਹੈ। ਓਕੇ, ਉਹਨਾਂ ਨੂੰ ਅਸੀਂ 1st ਕੌਮੀ ਕਹਿੰਦੇ ਹਨ। ਦੈਨ ਆ ਜਾਂਦੇ ਨੇ CDP। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਬਲੈਕ ਕੈਪ ਪਾਈ ਹੈ। ਲਾਸਟ ਦੇਖੋ, ਇਹ ਸ਼ੈਫ ਨੇ ਬਲੈਕ ਕੈਪ ਪਾਈ ਹੈ, ਇਹਨਾਂ ਨੂੰ ਅਸੀਂ CDP ਕਹਾਂਗੇ। CDP ਦੀ ਫੁੱਲ ਫੋਰਮ ਹੈ ਸ਼ੈਫ ਦੀ ਪਾਰਟੀ। ਓਕੇ, ਇਸ ਤਰ੍ਹਾਂ ਦੀ ਪੋਸਟ ਹੁੰਦੀਆਂ ਹਨ, ਕਿਉਂਕਿ ਇਹ ਜਿਹੜੇ ਵੀ ਸੈਕਟਰ ਹਨ ਸਾਡੇ, ਔਰ ਜਿੰਨੇ ਵੀ ਡਿਪਾਰਟਮੈਂਟਸ ਹਨ ਹੋਟਲ ਇੰਡਸਟਰੀ ਦੇ, ਸਾਨੂੰ ਆਪਣੇ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਨਾਲ ਆਪਣੀ ਹਾਈਜੀਨਿਕ, ਆਪਣੀ ਗਰੂਮਿੰਗ, ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਔਰ ਮੈਂ ਕਿਚਨ ਦੀ ਗੱਲ ਕਰ ਰਿਹਾ ਤਾਂ ਮੈਂ ਤੁਹਾਨੂੰ ਸ਼ੈਫ ਦੀ ਫੁੱਲ ਫੋਰਮ ਬਾਰੇ ਵੀ ਜ਼ਰੂਰ ਦੱਸ ਦਿੰਦਾ। ਸ਼ੈਫ ਦੀ ਫੁੱਲ ਫੋਰਮ ਹੁੰਦੀ ਹੈ ਕਲੀਨ, ਹਾਈਜੈਨਿਕ, ਅਥੈਨਿਕ ਫੂਡ। ਕਲੀਨ, ਹਾਈਜੈਨਿਕ, ਅਥੈਨਿਕ ਫੂਡ, ਇਹ ਸ਼ੈਫ ਦੀ ਫੁੱਲ ਫੋਰਮ ਹੈ ਬੇਟਾ। ਇਹਨੂੰ ਪ੍ਰੋਪਰਲੀ ਤਰੀਕੇ ਨਾਲ ਤੁਸੀਂ ਆਪਣੇ ਮਾਈਂਡ 'ਚ ਯਾਦ ਰੱਖਣਾ ਹੈ ਕਿ ਸ਼ੈਫ ਦੀ ਫੁੱਲ ਫੋਰਮ ਕੀ ਹੈ। ਓਕੇ, ਦੈਨ ਅਸੀਂ ਨੈਕਸਟ ਆ ਜਾਂਦੇ ਹਾਂ ਰੈਸਟੋਰੈਂਟ। ਜਿਸ ਤਰ੍ਹਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਇੱਥੇ ਕਿਸ ਤਰ੍ਹਾਂ ਅਸੀਂ ਕਮਿਊਨੀਕੇਟ ਕਰ ਰਹੇ ਹਾਂ ਗੈਸਟ ਦੇ ਨਾਲ। ਤੁਸੀਂ ਉਹ ਲੇਡੀ ਦੇਖੋ, ਲੇਡੀ ਜਿਸ ਤਰ੍ਹਾਂ ਆ ਰਹੇ ਨੇ, ਉਹਨਾਂ ਨੇ ਆਪਣੇ ਹੱਥ 'ਚ ਸੈਲਵਰ ਪਕੜਿਆ ਹੋਇਆ ਹੈ। ਜਿਹੜਾ ਉਹਨਾਂ ਨੇ ਗੋਲ ਟਾਈਪ ਪਕੜਿਆ ਹੋਇਆ ਉਹਨੂੰ ਅਸੀਂ ਸੈਲਵਰ ਆਖਦੇ ਹਾਂ। ਨੋਟ ਟਰੇ ਹੁੰਦੀ ਹੈ ਜਿਹੜੀ ਚੌਰਸ ਹੁੰਦੀ ਹੈ, ਜਿਹੜਾ ਗੋਲ ਹੁੰਦਾ ਇਹਨੂੰ ਅਸੀਂ ਸੈਲਵਰ ਆਖਦੇ ਹਾਂ। ਔਰ ਤੁਸੀਂ ਦੇਖੋ ਉਹਨਾਂ ਦੀ ਯੂਨੀਫਾਰਮ ਕਿੰਨੀ ਪ੍ਰੋਪਰ ਹੈ ਐਂਡ ਆਲਵੇਜ਼ ਸਮਾਈਲ ਇਨ ਦੀ ਫੇਸ। ਉਹਨਾਂ ਦਾ ਚਿਹਰਾ ਦੇਖੋ ਸਮਾਈਲ ਨਾਲ ਭਰਿਆ ਪਿਆ, ਔਰ ਉਹਨਾਂ ਨੇ ਪ੍ਰੋਪਰ ਇਨਫੋਰਮੇਸ਼ਨ ਦੇ ਨਾਲ ਔਡਰ ਲੈ ਕੇ ਆਪਣਾ ਔਡਰ ਕੰਪਲੀਟ ਕੀਤਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲਾਂ ਜਦੋਂ ਵੀ ਰੈਸਟੋਰੈਂਟ ਜਾਂ ਕੌਫੀ ਸ਼ੋਪ ਜਾਂ ਬੈਂਕੁਏਟ ਜਾਂ ਕਿਸੇ ਹੋਟਲ ਦੀ ਹੋਰ ਕੋਈ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਗੈਸਟ ਦੇ ਨਾਲ ਫੇਸ ਬਾਏ ਫੇਸ ਹੁੰਦਾ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾਂ
ਸਮਾਈਲ ਦੇ ਨਾਲ ਉਹਨੂੰ ਟਾਈਮ ਦੇ ਅਕੋਰਡਿੰਗ ਵਿਸ਼ ਕਰਨਾ ਪੈਂਦਾ ਹੈ ਤਾਂ ਕਿ ਉਹਨੂੰ ਚੰਗਾ ਲੱਗੇ। ਔਰ ਫਸਟ ਇੰਪ੍ਰੈਸ਼ਨ ਇਜ਼ ਅ ਲਾਸਟ ਇੰਪ੍ਰੈਸ਼ਨ। ਚਾਹੇ ਡਿਪਾਰਟਮੈਂਟ ਹਾਊਸਕੀਪਿੰਗ ਹੈ, ਚਾਹੇ F&B ਸਰਵਿਸ ਹੈ, ਚਾਹੇ ਫੂਡ ਐਂਡ ਪ੍ਰੋਡਕਸ਼ਨ ਹੈ। ਫੂਡ ਐਂਡ ਪ੍ਰੋਡਕਸ਼ਨ 'ਚ ਕੀ ਹੁੰਦਾ ਹੈ, ਉਹ ਕਿਚਨ ਦਾ ਡਿਪਾਰਟਮੈਂਟ ਹੈ। ਸਮਟਾਈਮ ਇੱਦਾਂ ਵੀ ਹੋ ਸਕਦਾ ਹੈ ਕਿ ਸ਼ੈਫ ਕੋਲ ਕੋਈ ਕੰਪਲੇਂਟ ਹੋ ਗਈ ਆ ਤਾਂ ਕਸਟਮਰ ਉਹਨਾਂ ਨੂੰ ਰੈਸਟੋਰੈਂਟ ਬੁਲਾ ਲੈਂਦੇ ਨੇ। ਔਰ ਉਹਦੇ ਵਿੱਚ ਅਗਰ ਤੁਹਾਡੀ ਯੂਨੀਫਾਰਮ, ਤੁਹਾਡਾ ਕਮਿਊਨੀਕੇਸ਼ਨ ਸਕਿੱਲਸ ਨਹੀਂ ਠੀਕ ਹਨ ਤਾਂ ਉਹਨਾਂ ਦਾ ਜਿਹੜਾ ਹੋਟਲ ਦਾ ਬੈਡ ਇਫੈਕਟ ਹੈ ਉਹ ਕਸਟਮਰ 'ਤੇ ਪਏਗਾ। ਓਕੇ, ਸੋ ਸਾਨੂੰ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਕਿਸ ਤਰ੍ਹਾਂ ਕਮਿਊਨੀਕੇਟ ਕਰ ਰਹੇ ਹਾਂ ਔਰ ਸਾਡੇ ਕਮਿਊਨੀਕੇਸ਼ਨ ਸਕਿੱਲਸ ਕਿਸ ਤਰ੍ਹਾਂ ਸਟਰੋਂਗ ਹੋ ਸਕਦੇ ਹਨ। ਐਂਡ ਲਾਸਟ ਅਸੀਂ ਗੱਲ ਕਰ ਰਹੇ ਹਾਂ ਹਾਊਸਕੀਪਿੰਗ ਡਿਪਾਰਟਮੈਂਟ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਹਾਊਸਕੀਪਿੰਗ ਡਿਪਾਰਟਮੈਂਟ ਦੀਆਂ ਕੀ ਨਿਸ਼ਾਨੀਆਂ ਹਨ। ਹਾਊਸਕੀਪਿੰਗ ਡਿਪਾਰਟਮੈਂਟ ਦੇ ਵਿੱਚ ਵੀ ਸਾਨੂੰ ਗਰੂਮਿੰਗ, ਕਮਿਊਨੀਕੇਸ਼ਨ ਸਕਿੱਲਸ ਔਰ ਗੈਸਟ ਦੀ ਹੈਲਪ ਦੀ ਗੈਸਟ ਨੂੰ ਹੈਲਪ ਕਰਾਉਣ 'ਚ ਬਹੁਤ ਲੋੜ ਪੈਂਦੀ ਹੈ। ਕਿਉਂਕਿ ਜਦੋਂ ਗੈਸਟ ਰੂਮ ਦੇ ਵਿੱਚ ਆ ਜਾਂਦਾ, ਉਸ ਤੋਂ ਬਾਅਦ ਅਗਰ ਉਸਨੇ ਕਿਤੇ ਬਾਹਰ ਘੁੰਮਣ ਫਿਰਨ ਲਈ ਜਾਣਾ, ਉਸ ਤੋਂ ਬਾਅਦ ਸਾਨੂੰ ਰੂਮ ਦੇ ਅੰਦਰ ਆ ਕੇ ਰੂਮ ਨੂੰ ਦੁਬਾਰਾ ਤਿਆਰ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਤੁਸੀਂ ਇਹ ਪਿਕਚਰ ਦੇਖ ਰਹੇ ਹੋ, ਫਸਟ ਤੁਸੀਂ ਦੇਖੋ ਇੱਕ ਲੜਕੀ ਆਪਣੇ ਸਾਰੇ ਟਾਵਲ ਇੱਕ ਟਰੋਲੀ 'ਚ ਡਾਲ ਰਹੀ ਹੈ, ਉਹਨਾਂ ਨੂੰ ਕਹੀਦਾ ਸੀ ਲਾਂਡਰੀ ਸਰਵਿਸ। ਦੈਨ ਤੁਸੀਂ ਦੇਖੋ ਉਹ ਲੜਕੀ ਬੈੱਡ ਤਿਆਰ ਕਰ ਰਹੀ ਹੈ, ਇਹਨਾਂ ਨੂੰ ਅਸੀਂ ਕਹਾਂਗੇ ਰੂਮ ਬੁਆਏ। ਓਕੇ, ਇਹ ਸਾਰੇ ਇਕੁਇਪਮੈਂਟਸ ਨੇ ਜਿਹੜੇ ਹਾਊਸਕੀਪਿੰਗ ਦੇ ਵਿੱਚ ਯੂਜ਼ ਕੀਤੇ ਜਾਂਦੇ ਹਨ। ਲਾਸਟ 'ਤੇ ਤੁਸੀਂ ਦੇਖ ਸਕਦੇ ਹੋ ਕਿਹੜੇ ਇਕੁਇਪਮੈਂਟਸ ਨੇ ਜਿਹੜੇ ਹਾਊਸਕੀਪਿੰਗ 'ਚ ਅਸੀਂ ਯੂਜ਼ ਕਰ ਸਕਦੇ ਹਾਂ। ਐਂਡ ਫਿਰ ਐਂਡ 'ਤੇ ਅਸੀਂ ਗੱਲ ਕਰਦੇ ਹਾਂ ਟੈਲੀਫੋਨ ਕਾਲਿੰਗ ਦੀ। ਟੈਲੀਫੋਨ ਕਾਲਿੰਗ ਕੀ ਹੈ? ਹੁਣ ਜਿਸ ਤਰ੍ਹਾਂ ਕਿ ਅਸੀਂ ਕਮਿਊਨੀਕੇਸ਼ਨ ਸਕਿੱਲਸ ਦੀ ਗੱਲ ਕਰ ਰਹੇ ਸੀ ਕਿ ਸਾਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ ਚਾਹੀਦਾ। ਹੁਣ ਅਸੀਂ ਬਾਏ ਫੇਸ ਤਾਂ ਕਸਟਮਰ ਨਾਲ ਗੱਲ ਕਰ ਲਈ। ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਸਮ ਟਾਈਮ 'ਚ ਸਾਡੇ ਕੋਲ ਕਾਲਿੰਗ ਆ ਜਾਂਦੀਆਂ ਹਨ, ਰਿਸੈਪਸ਼ਨ 'ਤੇ ਕਾਲ ਹੁੰਦੀ ਹੈ ਤਾਂ ਕਸਟਮਰ ਕਹਿੰਦਾ ਹੈ ਜੀ ਹਾਂਜੀ ਮੈਂ ਤੁਹਾਡੇ ਹੋਟਲ ਵਿੱਚ ਆਉਣਾ ਹੈ, ਉਸ ਤੋਂ ਪਹਿਲਾਂ ਮੈਂ ਰਿਜ਼ਰਵੇਸ਼ਨ ਕਰਵਾਉਣੀ ਹੈ। ਮੈਂ ਕਿਸੇ ਵੀ ਸ਼ਹਿਰ ਦੇ ਵਿੱਚ ਆ ਕੇ ਹੋਟਲ ਲੱਭਣਾ ਨਹੀਂ ਚਾਹੁੰਦਾ, ਉਸ ਤੋਂ ਪਹਿਲਾਂ ਹੀ ਮੈਂ ਰਿਜ਼ਰਵੇਸ਼ਨ ਕਰਵਾਉਣੀ ਹੈ। ਹੋਟਲ ਦਾ ਨਹੀਂ ਹੋ ਸਕਦਾ, ਟਰੈਵਲ ਏਜੰਟ ਦਾ ਵੀ ਕੰਮ ਹੈ। ਟਿਕਟਾਂ ਬੁੱਕ ਕਰਵਾਉਣੀਆਂ ਹੈ ਨਾ, ਟੂਰ ਪੈਕੇਜ ਬੁੱਕ ਕਰਵਾਉਣੇ, ਔਰ ਰੂਮਸ ਬੁੱਕ ਕਰਵਾਉਣੇ, ਟੇਬਲਸ ਬੁੱਕ ਕਰਵਾਉਣੇ, ਜਾਂ ਤੁਸੀਂ ਕਹੋ ਕਿਸੇ ਵੀ ਚੀਜ਼ ਦੀ ਅਪੋਇੰਟਮੈਂਟ ਲੈਣੀ ਹੈ ਨਾ। ਅਸੀਂ ਗੱਲ ਕਰ ਰਹੇ ਹਾਂ ਰਿਜ਼ਰਵੇਸ਼ਨ ਓਨਲੀ ਫॉर ਟੈਲੀਫੋਨ ਕਾਲਿੰਗ। ਰਿਜ਼ਰਵੇਸ਼ਨ ਅਸੀਂ ਟੈਲੀਫੋਨ 'ਤੇ ਹੀ ਕਰ ਸਕਦੇ ਹਾਂ, ਮੋਬਾਈਲ 'ਤੇ। ਓਕੇ, ਹੁਣ ਰਿਜ਼ਰਵੇਸ਼ਨ ਜਦੋਂ ਅਸੀਂ ਕਰਨੀ ਹੈ ਉਦੋਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸਾਨੂੰ ਤਾਂ ਜਦੋਂ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਤਾਂ ਜਾਂ ਸਾਡੀ ਕਸਟਮਰ ਦੀ ਕਾਲ ਆਉਂਦੀ ਹੈ, ਸਾਨੂੰ 2 ਰਿੰਗ ਵੱਜਣ ਤੋਂ ਪਹਿਲਾਂ ਹੀ ਕਾਲ ਉਠਾਉਣੀ ਪੈਂਦੀ ਹੈ ਤਾਂ ਕਿ ਗੈਸਟ ਨੂੰ ਇਹ ਨਾ ਲੱਗੇ ਕਿ ਮੇਰੀ ਕਾਲ ਇਹਨਾਂ ਨੇ ਲੇਟ ਉਠਾਈ ਹੈ। ਅਗਰ ਅਸੀਂ 2 ਰਿੰਗ ਵੱਜਣ ਤੋਂ ਪਹਿਲਾਂ ਹੀ ਕਾਲ ਜਾਂ 1 ਰਿੰਗ ਵੱਜਣ ਤੱਕ ਕਾਲ ਉਠਾ ਲੈਂਦੇ ਹਾਂ ਤਾਂ ਉਹਦੇ ਲਈ ਇੱਕ ਵਧੀਆ ਰਿਸਪੌਂਸ ਹੋਏਗਾ। ਉਸ ਤੋਂ ਬਾਅਦ ਅਸੀਂ ਟਾਈਮ ਦੇ ਅਕੋਰਡਿੰਗ ਵਿਸ਼ ਕਰਕੇ ਉਹਨਾਂ ਨੂੰ ਕਹਿਣਾ ਮੇ ਆਈ ਹੈਲਪ ਯੂ, ਵੈਲਕਮ ਟੂ ਹੋਟਲ, ਜਾਂ ਵੈਲਕਮ ਟੂ ਜੋ ਵੀ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ। ਹਾਂ, ਅਗਰ ਉਸਨੇ ਕਿਹਾ ਕਿ ਹਾਂਜੀ ਮੈਂ ਰਿਜ਼ਰਵੇਸ਼ਨ ਟੇਬਲ ਦੀ ਕਰਵਾਉਣੀ ਹੈ ਤਾਂ ਟੇਬਲ ਦੇ ਅਕੋਰਡਿੰਗ ਤੁਸੀਂ ਪੁੱਛ ਲੈਣਾ ਹੈ ਕਿ ਸਰ ਤੁਹਾਡਾ ਮੈਨਿਊ ਕੀ ਹੈ, ਤੁਸੀਂ ਆਪਣੇ ਮੈਨਿਊ 'ਚ ਕੀ ਇੰਕਲੂਡ ਕਰਵਾਉਣਾ ਚਾਹੁੰਦੇ। ਅਗਰ ਰੂਮ ਦੀ ਕਰਵਾਉਣੀ ਹੈ ਤਾਂ ਫਿਰ ਮੈਂ ਤੁਹਾਨੂੰ ਦੱਸਦਾ ਕਿ ਆਹ ਰਿਜ਼ਰਵੇਸ਼ਨ ਫੋਰਮ ਹੈ। ਆਹ ਦੇਖੋ, ਇਹ ਹੈ ਰਿਜ਼ਰਵੇਸ਼ਨ ਫੋਰਮ। ਸਭ ਤੋਂ ਪਹਿਲਾਂ ਤਾਂ ਗੈਸਟ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਪ੍ਰੋਪਰ ਵਿਦ ਸਰਨੇਮ, ਦੈਨ ਗੈਸਟ ਦੀ ਈਮੇਲ ID, ਫ਼ੋਨ ਨੰਬਰ, ਬੁੱਕ ਡੇਟ, ਕਿਸ ਤਰੀਕ ਤੋਂ ਉਹਨਾਂ ਨੇ ਆਪਣੀ ਰਿਜ਼ਰਵੇਸ਼ਨ ਕਰਵਾਉਣੀ ਹੈ। ਓਕੇ, ਐਂਡ ਨੰਬਰ ਆਫ ਰੂਮਸ, ਕਿੰਨੇ ਰੂਮ ਉਹਨਾਂ ਨੂੰ ਚਾਹੀਦੇ ਹਨ। ਦੇਰ ਆਰ ਸੋ ਮੈਨੀ ਟਾਈਪਸ ਆਫ ਰੂਮ, ਸਿੰਗਲ ਰੂਮ, ਡਬਲ ਰੂਮ, ਕਬਾਨਾ ਰੂਮ, ਲਗਜ਼ਰੀ ਰੂਮ ਐਂਡ ਸਵੀਟ ਰੂਮ। ਕਿੰਨੇ ਤਰ੍ਹਾਂ ਦੇ ਰੂਮ ਹੁੰਦੇ ਨੇ ਹੋਟਲ 'ਚ, ਉਹ ਆਪਸ਼ਨਸ ਦੱਸਦੇ ਹਨ। ਉਹਦੇ ਵਿੱਚ ਦੱਸਦੇ ਹਨ ਕਿ ਇਹ ਕਿਹੜੇ ਤਰ੍ਹਾਂ ਦੇ ਰੂਮ ਦੇ ਵਿੱਚ ਕਿੱਦਾਂ ਦੀ ਫੈਸਿਲਿਟੀ ਪ੍ਰੋਵਾਈਡ ਹੁੰਦੀ ਹੈ। ਇਹ ਸਾਰੇ ਸਾਨੂੰ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਹੀ ਆਉਂਦੀਆਂ ਹਨ ਗੱਲਾਂ।
ਔਰ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਦੱਸਣਾ ਹੈ ਕਿ ਹਾਂਜੀ ਸਰ ਇਹ ਰੂਮ ਦਾ ਇੰਨਾ ਰੈਂਟ ਹੈ, ਇਹ ਰੂਮ ਦਾ ਇੰਨਾ ਰੈਂਟ ਹੈ। ਓਕੇ, ਦੈਨ ਆ ਜਾਂਦਾ ਨੰਬਰ ਆਫ ਅਡਲਟਸ ਐਂਡ ਨੰਬਰ ਆਫ ਚਿਲਡਰਨ। ਤੁਸੀਂ ਅਰਾਈਵ ਕਦੋਂ ਕਰਨਾ ਹੈ, ਤੁਹਾਡੀ ਡੇਟ ਕੀ ਹੈ ਆਉਣ ਦੀ, ਐਂਡ ਤੁਸੀਂ ਜਾਣਾ ਕਦੋਂ ਹੈ। ਓਕੇ, ਦੈਨ ਆ ਜਾਂਦਾ ਸਪੈਸ਼ਲ ਰਿਕੁਐਸਟ। ਤੁਹਾਡੀ ਹੋਰ ਕੋਈ ਸਪੈਸ਼ਲ ਰਿਕੁਐਸਟ ਤਾਂ ਨਹੀਂ ਹੈ, ਮੀਨਸ ਟੂ ਸੇ ਕਿ ਤੁਸੀਂ ਰੂਮ ਦੇ ਵਿੱਚ ਹਾਂਜੀ ਓਨਲੀ ਰੂਮ ਲੈ ਲਿਆ, ਉਸ ਤੋਂ ਇਲਾਵਾ ਤੁਹਾਨੂੰ ਟੂਰਿਸਟ ਗਾਈਡ ਤਾਂ ਨਹੀਂ ਚਾਹੀਦਾ, ਤੁਹਾਨੂੰ ਟੈਕਸੀ ਤਾਂ ਨਹੀਂ ਚਾਹੀਦੀ। ਸਾਡੇ ਕੋਲ ਇਸ ਤਰ੍ਹਾਂ ਦੀਆਂ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਹਨ। ਇਹ ਸਾਰਾ ਕੁਝ ਕਰਨ ਲਈ ਸਾਨੂੰ ਐਂਡ ਲਾਸਟ 'ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਪੇਮੈਂਟ ਜਿਹੜੀ ਆ ਕੈਸ਼ ਕਰਨੀ ਹੈ ਜਾਂ ਕ੍ਰੈਡਿਟ ਕਾਰਡ ਕਰਨੀ ਹੈ ਜਾਂ ਬੈਂਕਿੰਗ ਟਰਾਂਸਫਰ ਕਰਨੀ ਹੈ। ਓਕੇ, ਇਹ ਆਪਸ਼ਨਸ ਥੱਲੇ ਦਿੱਤੀਆਂ ਹੋਈਆਂ ਹਨ। ਔਰ 25% ਜਿਹੜਾ ਹੈ ਉਹ ਡਿਪੋਜ਼ਿਟ ਕਰਵਾਉਣਾ ਪੈਂਦਾ ਹੈ ਰਿਜ਼ਰਵੇਸ਼ਨ ਤੋਂ ਪਹਿਲਾਂ। ਹੁਣ ਅਸੀਂ ਲਾਸਟ 'ਤੇ ਆ ਦੇਖੋ, ਤੁਹਾਨੂੰ ਦੱਸ ਰਹੇ ਹਾਂ ਕਿ ਜਦੋਂ ਰਿਜ਼ਰਵੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਵੀ ਰੂਮ ਹੈ ਜਾਂ ਜਿਹੜਾ ਵੀ ਟੇਬਲ ਹੈ ਉਹਦੇ ਬਾਹਰ ਰਿਜ਼ਰਵਡ ਦਾ ਟੈਗ ਲੱਗ ਜਾਂਦਾ ਹੈ। ਮੀਨਸ ਟੂ ਸੇ ਕਿ ਰਿਜ਼ਰਵਡ ਇਸ ਟੇਬਲ 'ਤੇ ਕੋਈ ਹੋਰ ਗੈਸਟ ਜਾਂ ਕਸਟਮਰ ਨਹੀਂ ਬੈਠ ਸਕਦਾ, ਜਾਂ ਇਸ ਰੂਮ ਦੇ ਵਿੱਚ ਕੋਈ ਹੋਰ ਗੈਸਟ ਜਾਂ ਕਸਟਮਰ ਨੂੰ ਅਸੀਂ ਇਜਾਜ਼ਤ ਨਹੀਂ ਦੇ ਸਕਦੇ, ਕਿਉਂਕਿ ਇਹ ਆਉਣ ਵਾਲੇ ਕਸਟਮਰ ਲਈ ਬੁੱਕ ਕੀਤਾ ਗਿਆ ਹੈ। ਐਂਡ ਦੈਨ ਅਸੀਂ ਪੜ੍ਹਾਂਗੇ ਜਦੋਂ ਅਸੀਂ ਕਿਸੇ ਲਿਮਿਟਿਡ ਕੰਪਨੀ ਜਾਂ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈ, ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਹਨੂੰ ਅਸੀਂ ਆਖਦੇ ਹਾਂ ਸਾਡੀ ਪਰਸਨਲ ਗਰੂਮਿੰਗ। ਸਾਡੀ ਪਰਸਨਲ ਗਰੂਮਿੰਗ ਕਿਸ ਤਰ੍ਹਾਂ ਦੀ ਹੈ, ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਡੀ ਪਰਸਨਲ ਗਰੂਮਿੰਗ, ਸਭ ਤੋਂ ਪਹਿਲਾਂ ਤਾਂ ਅਸੀਂ ਸਟਾਰਟ ਕਰਾਂਗੇ ਆਪਣੇ ਟਾਈਮ ਤੋਂ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅਗਰ ਕਿਸੇ ਕੰਪਨੀ ਦੇ ਅੰਦਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਉੱਥੇ ਜਿਹੜਾ ਟਾਈਮ ਦੇ ਰਿਗਾਰਡਿੰਗ ਬਹੁਤ ਪੰਚੁਏਟ ਰਹਿਣਾ ਪੈਂਦਾ ਹੈ। ਟਾਈਮ ਇਜ਼ ਵੈਰੀ ਇੰਪੋਰਟੈਂਟ। ਔਰ ਜਦੋਂ ਅਸੀਂ 9 ਵਜੇ ਦੀ ਡਿਊਟੀ ਹੈ ਤਾਂ ਸਾਨੂੰ 5 ਮਿੰਟ ਪਹਿਲਾਂ ਉੱਥੇ ਪਹੁੰਚਣਾ ਪੈਂਦਾ ਹੈ। ਔਰ ਸਾਡੀ ਬੋਡੀ ਲੈਂਗੁਏਜ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਫਰੰਟ ਆਫਿਸ 'ਤੇ ਕੰਮ ਕਰ ਰਹੇ ਹੋ, ਅਗਰ ਤੁਸੀਂ ਸਿੱਖ ਹੋ ਤਾਂ ਤੁਹਾਨੂੰ ਟਰਬਨ ਪਹਿਨਣੀ ਪੜੇਗੀ। ਅਗਰ ਤੁਸੀਂ ਸਿੱਖ ਨਹੀਂ ਹੋ ਤਾਂ ਤੁਹਾਨੂੰ ਆਪਣੇ ਛੋਟੇ ਛੋਟੇ ਹੇਅਰ ਸਟਾਈਲ ਰੱਖਣਾ ਪਏਗਾ ਔਰ ਕਲੀਨ ਪ੍ਰੋਪਰ ਸ਼ੇਵਿੰਗ ਕਰਨੀ ਪਏਗੀ। ਔਰ ਤੁਹਾਡੀ ਜਿਹੜੀ ਯੂਨੀਫਾਰਮ ਹੈ ਪ੍ਰੋਪਰ ਪ੍ਰੈਸ ਹੋਣੀ ਚਾਹੀਦੀ ਹੈ, ਪ੍ਰੋਪਰ ਨੀਟ ਐਂਡ ਕਲੀਨ ਹੋਣੀ ਚਾਹੀਦੀ ਹੈ। ਸ਼ੂਜ਼ ਜਿਹੜੇ ਆ ਉਹ ਬਲੈਕ ਕਲਰ ਦੇ ਹੋਣੇ ਚਾਹੀਦੇ ਹਨ, ਪੋਲਿਸ਼ ਹੋਣੇ ਚਾਹੀਦੇ ਹਨ। ਔਰ ਤੁਹਾਡੇ ਜਿਹੜੇ ਨੇਲਸ ਹਨ ਉਹ ਕੱਟੇ ਹੋਣੇ ਚਾਹੀਦੇ ਹਨ। ਅਗਰ ਅਸੀਂ ਲੜਕੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੇਕਅਪ ਜਿਹੜਾ ਬਹੁਤ ਹੀ ਲਾਈਟ ਹੋਣਾ ਚਾਹੀਦਾ ਹੈ। ਔਰ ਜਿਹੜੀ ਉਹਨਾਂ ਦੀ ਡਰੈਸ ਹੈ ਉਹ ਬਲੈਕ ਕਲਰ ਦੀ ਹੋਣੀ ਚਾਹੀਦੀ ਹੈ। ਫਰੰਟ ਆਫਿਸ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹਨ, ਹਰ ਡਿਪਾਰਟਮੈਂਟ ਦਾ ਅਲੱਗ-ਅਲੱਗ ਡਰੈਸ ਕੋਡ ਹੁੰਦਾ ਹੈ। ਜਿਹੜਾ ਵੀ ਡਰੈਸ ਕੋਡ ਹੁੰਦਾ ਹੈ ਸਾਨੂੰ ਉਹਨੂੰ ਪ੍ਰੋਪਰ ਨੀਟ ਐਂਡ ਕਲੀਨ ਵੇਅਰ ਕਰਨਾ ਪੈਂਦਾ ਹੈ। ਔਰ ਅਗਰ ਅਸੀਂ ਛੋਟਾ ਜਿਹਾ ਪਰਫਿਊਮ ਦੀ ਗੱਲ ਕਰੀਏ ਤਾਂ ਸਾਨੂੰ ਲਾਈਟ ਜੀ ਫਰੈਗਨੈਂਸ ਵਾਲਾ ਇੱਕ ਪਰਫਿਊਮ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਨ। ਔਰ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਕਸਟਮਰ ਦੇ ਅੱਗੇ ਬਾਏ ਫੇਸ ਗੱਲ ਕਰਨੀ ਹੈ, ਤੁਹਾਡੇ ਚਿਹਰੇ 'ਤੇ ਕੋਈ ਇਸ ਤਰ੍ਹਾਂ ਦਾ ਟੈਟੂ ਜਾਂ ਹੱਥ 'ਤੇ ਟੈਟੂਸ ਨਹੀਂ ਬਣਿਆ ਹੋਣਾ ਚਾਹੀਦਾ ਜੋ ਕਿ ਸਾਡੀ ਇੱਕ ਇੰਡਸਟਰੀ ਦੇ ਖਿਲਾਫ ਹੈ। ਮਤਲਬ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਹੀਂ ਮੰਨਿਆ ਜਾਂਦਾ। ਓਕੇ, ਔਰ ਜਿਸ ਤਰ੍ਹਾਂ ਤੁਸੀਂ ਅਲੱਗ-ਅਲੱਗ ਸਟਾਈਲ ਦੀ ਦਾੜੀ ਵਗੈਰਾ ਨਹੀਂ ਬਣਾ ਸਕਦੇ। ਔਰ ਜਦੋਂ ਵੀ ਤੁਸੀਂ ਗੱਲ ਕਰਨੀ ਹੈ ਕਸਟਮਰ ਦੇ ਨਾਲ, ਤੁਹਾਡਾ ਜਿਹੜਾ ਹੈ ਉਹ ਚਿਹਰਾ ਹਮੇਸ਼ਾ ਖਿਲਿਆ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਕਸਟਮਰ ਨਾਲ ਗੱਲ ਕਰ ਰਹੇ ਹੋ ਤੁਹਾਡੀ ਆਈ ਕੰਟੈਕਟ ਹੋਣਾ ਚਾਹੀਦਾ ਹੈ, ਸਮਾਈਲ ਹੋਣੀ ਚਾਹੀਦੀ ਹੈ। ਔਰ ਹਮੇਸ਼ਾ ਤੁਹਾਡੇ ਕੋਲ ਫਰੰਟ ਆਫਿਸ ਲਈ ਟਿਕਟੋਕ ਪੈਨ ਹੋਣਾ ਚਾਹੀਦਾ ਹੈ। ਅਗਰ ਤੁਸੀਂ ਰੈਸਟੋਰੈਂਟ 'ਚ ਕੰਮ ਕਰ ਰਹੇ ਹੋ ਤੁਹਾਡੇ ਕੋਲ ਟਿਕਟੋਕ ਪੈਨ ਐਂਡ ਸਕ੍ਰਿਪਿੰਗ ਪੈਡ, ਇੱਕ ਲਾਈਟਰ ਐਂਡ ਡਸਟਰ ਹਮੇਸ਼ਾ ਹੋਣਾ ਚਾਹੀਦਾ ਹੈ। ਅਗਰ ਤੁਸੀਂ ਕਿਚਨ 'ਚ ਕੰਮ ਕਰ ਰਹੇ ਹੋ ਤੁਹਾਡੇ ਕੋਲ ਸ਼ੈਫ ਕੋਡ ਹੋਣਾ ਚਾਹੀਦਾ, ਆਪਣੀ ਪ੍ਰੋਪਰ ਨਾਈਫ ਦੀ ਕਿੱਟ ਹੋਣੀ ਚਾਹੀਦੀ ਹੈ, ਇੱਕ ਟਸਟਰ ਹੋਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਕੋਵਿਡ ਦੀ ਗੱਲ ਕਰ ਲਈਏ, ਕੋਵਿਡ ਦੇ ਚੱਲਦਿਆਂ ਹੋਇਆਂ ਸਾਨੂੰ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ। ਸੋ ਇਹ ਚੀਜ਼ਾਂ ਦਾ ਸਾਡੀ ਜਿਹੜੀ ਆ ਪਰਸਨਲ ਗਰੂਮਿੰਗ ਦੇ ਵਿੱਚ ਆਉਂਦੀਆਂ ਹਨ। ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ।
ਔਰ ਅਗਰ ਅਸੀਂ ਇਹ ਚੀਜ਼ਾਂ ਰੱਖਾਂਗੇ ਤਾਂ ਹੀ ਅਸੀਂ ਕਿਤੇ ਲਿਮਿਟਿਡ ਕੰਪਨੀ ਜਾਂ ਇੰਡਸਟਰੀ ਦੇ ਵਿੱਚ ਜੌਬ ਕਰ ਸਕਦੇ ਹਾਂ, ਕਿਉਂਕਿ ਜਿਸ ਤਰ੍ਹਾਂ ਇੰਡਸਟਰੀ ਗਰੋ ਕਰ ਰਹੀ ਹੈ ਉਹਦੇ ਨਾਲ ਨਾਲ ਜੌਬ ਦੀ ਆਪਸ਼ਨਸ ਕਾਫੀ ਵੱਧ ਚੁੱਕੀਆਂ ਹਨ। ਹੁਣ ਜਿਸ ਤਰ੍ਹਾਂ ਤੁਸੀਂ ਬੇਟਾ NSQF ਦੇ ਅੰਡਰ ਟਰੈਵਲ ਐਂਡ ਟੂਰਿਜ਼ਮ ਪੜ੍ਹ ਰਹੇ ਹੋ, ਤਾਂ ਅੱਗੋਂ ਤੁਸੀਂ ਜੋ ਵੀ ਸਟੱਡੀ ਕਰੋਗੇ ਉਸ ਤੋਂ ਬਾਅਦ ਤੁਹਾਡਾ ਲੋਕਲ ਸ਼ਹਿਰ ਜਿਹੜਾ ਅੰਮ੍ਰਿਤਸਰ ਹੈ ਉਹਦੇ ਵਿੱਚ ਤੁਹਾਡੇ ਲਈ ਜੌਬ ਦੀ ਆਪਸ਼ਨਸ ਬਹੁਤ ਨੇ। ਤੁਸੀਂ ਖੁਦ ਆਪ ਦੇਖ ਸਕਦੇ ਹੋ ਕਿ ਕਿੰਨੇ ਤਰ੍ਹਾਂ ਦੇ ਹੋਟਲਸ ਖੁੱਲ੍ਹ ਚੁੱਕੇ ਹਨ। There are so many types of hotels like chain hotels and local hotels। ਔਰ ਚੇਨ ਹੋਟਲਸ ਕੀ ਹੁੰਦੇ ਹਨ? ਜਿਸ ਤਰ੍ਹਾਂ ਕਿ ਚੇਨ ਹੋਟਲਸ ਤੁਹਾਡੇ ਟੀਚਰਸ ਨੇ ਤੁਹਾਨੂੰ 10th ਕਲਾਸ ਵਿੱਚ ਸ਼ਾਇਦ ਦੱਸਿਆ ਹੋਏਗਾ ਚੇਨ ਹੋਟਲਸ ਕੀ ਹੁੰਦੇ ਹਨ। ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਅੱਜ ਅਸੀਂ ਤੁਹਾਨੂੰ ਚੇਨ ਹੋਟਲਸ ਬਾਰੇ ਵੀ ਦੱਸ ਦਿੰਦੇ ਹਨ। ਚੇਨ ਹੋਟਲਸ ਉਹ ਹੁੰਦੇ ਹਨ ਜਿਹੜੇ ਇੱਕ ਨਾਮ ਦੇ ਵਰਲਡ 'ਚ ਹਰ ਜਗ੍ਹਾ ਹਨ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸ ਦਿੰਦਾ, ਹਾਈਲੈਂਡ ਹੋਟਲ, ਐਲਸਟੋਨੀਆ ਹੋਟਲ, ਬੈਸਟ ਵੈਸਟਰਨ, ਇਹ ਚੇਨ ਹੋਟਲ ਹਨ। ਇਹਨਾਂ ਦੇ ਨਾਮ ਦੇ ਹੀ ਦੂਸਰੀ ਜਗ੍ਹਾ 'ਤੇ ਹੋਰ ਹੋਟਲ ਹੁੰਦੇ ਹਨ, ਉਹਨਾਂ ਨੂੰ ਅਸੀਂ ਚੇਨ ਹੋਟਲਸ ਕਹਿੰਦੇ ਹਾਂ। ਸੋ ਬੇਟਾ ਇਹ ਚੀਜ਼ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਕਿਤੇ ਲਿਮਿਟਿਡ ਕੰਪਨੀਜ਼ ਜਾਂ ਇੰਡਸਟਰੀਜ਼ ਜਾਂ ਹੋਸਪਿਟੈਲਿਟੀ ਜਾਂ ਕਿਤੇ ਕਿਸੇ ਵੀ ਸੈਕਟਰ ਵਿੱਚ ਕੰਮ ਕਰਨਾ ਹੈ ਤਾਂ ਤੁਹਾਡੀ ਗਰੂਮਿੰਗ ਉਹਦਾ ਬਹੁਤ ਧਿਆਨ ਰੱਖਣਾ ਪੈਣਾ ਹੈ। ਔਰ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਸਟਰੋਂਗ ਹੋਣੇ ਚਾਹੀਦੇ ਹਨ ਐਂਡ ਤੁਹਾਡਾ ਜਿਹੜੀ ਬਾਡੀ ਲੈਂਗੁਏਜ ਹੈ ਉਹ ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਐਕਟਿਵ ਹੋ ਆਪਣੀ ਡਿਊਟੀ ਦੇ ਰਿਗਾਰਡਿੰਗ। ਸੋ ਇਹ ਸਾਰੀਆਂ ਗੱਲਾਂ ਦੇ ਨਾਲ ਆਈ ਹੋਪ ਤੁਸੀਂ ਬੜਾ ਕੁਝ ਸਿੱਖਿਆ ਹੋਵੇਗਾ। ਥੈਂਕ ਯੂ ਸੋ ਮਚ।